ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਬੈਕ ਟੂ ਮਿਸਟਰ ਸਿੰਘ ਚੈਨਲ। ਸੋ ਅੱਜ ਦੇ ਟੌਪਿਕ 'ਚ ਆਪਾਂ ਗੱਲ ਕਰਨ ਜਾ ਰਹੇ ਹਾਂ ਗ੍ਰੀਸ ਦੇ ਵਿੱਚ। ਅਗਰ ਤੁਸੀਂ ਆਉਣਾ ਚਾਹੁੰਦੇ ਹੋ, ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈਗਾ ਕਿ ਗ੍ਰੀਸ ਦੇ ਵਿੱਚ ਜੌਬਸ ਕਿੱਦਾਂ ਦੀਆਂ ਅਵੇਲੇਬਲ ਨੇ, ਕਿੰਨਾ ਕੁ ਅਰਨ ਤੁਸੀਂ ਕਰ ਸਕਦੇ ਹੋ ਪਰ ਮੰਥ, ਐਂਡ ਕਈ ਬੱਚਿਆਂ ਦੇ ਦਿਮਾਗ ਦੇ ਵਿੱਚ ਹੈ ਕਿ ਸ਼ਾਇਦ ਘੰਟਿਆਂ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ, ਰਾਈਟ। ਉਹ ਵੀ ਆਪਾਂ ਗੱਲ ਕਲੀਅਰ ਕਰਾਂਗੇ। ਥਰਡ ਥਿੰਗ, ਤੁਹਾਨੂੰ ਘਰ ਦੇ ਐਕਸਪੈਂਸਿਸ ਕਿੰਨੇ ਨੇ, ਮਤਲਬ ਤੁਹਾਡਾ ਰਹਿਣਾ ਕਿੰਨਾ ਕੁ ਐਕਸਪੈਂਸਿਸ ਹੈਗਾ, ਕਿੰਨੇ ਕੁ ਐਕਸਪੈਂਸਿਸ ਤੁਹਾਨੂੰ ਪੇ ਕਰਨੇ ਪੈਂਦੇ ਆ। ਫੋਰਥ ਥਿੰਗ, ਤੁਹਾਡੇ ਕਿੰਨੇ ਕੁ ਐਕਸਪੈਂਸਿਸ ਨੇ, ਫੂਡ ਐਕਸਪੈਂਸਿਸ ਹੋ ਗਏ, ਤੁਹਾਡੇ ਟਰੈਵਲ ਐਕਸਪੈਂਸਿਸ ਹੋ ਗਏ, ਰਾਈਟ। ਐਂਡ ਉਸ ਤੋਂ ਬਾਅਦ ਲਾਈਕ ਇਨ ਦਾ ਐਂਡ ਆਪਾਂ ਇਹ ਦੱਸਾਂਗੇ ਕਿ ਅਗਰ ਤੁਸੀਂ ਇਲੀਗਲ ਆਉਂਦੇ ਹੋ ਜਾਂ ਤੁਸੀਂ ਲੀਗਲ ਆਉਂਦੇ ਹੋ, ਇਹਦੇ ਵਿੱਚ ਕੀ ਡਿਫਰੈਂਸ ਹੈਗਾ, ਰਾਈਟ। ਸੋ ਜੋ ਵੀ ਤੁਹਾਡੇ ਕੁਐਸਚਨਸ ਹੋਣਗੇ ਇੱਥੇ ਕਲੀਅਰ ਹੋ ਜਾਣਗੇ। ਇਨ ਕੇਸ ਤੁਹਾਡਾ ਕੁਐਸਚਨ ਨਹੀਂ ਕਲੀਅਰ ਹੁੰਦਾ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸ ਦਿਆ ਜੀ, ਉਸ ਟੌਪਿਕ ਨੂੰ ਪ੍ਰੋਪਰ ਵੇ ਨਾਲ ਕਵਰ ਕੀਤਾ ਜਾਏਗਾ, ਰਾਈਟ। ਟਾਈਮ ਨਹੀਂ ਖਰਾਬ ਕਰਨਾ ਤੁਹਾਡਾ, ਸਿੱਧਾ ਡਾਇਰੈਕਟਲੀ ਟੌਪਿਕ ਤੇ ਆਨੇ ਆ। ਸੋ ਪਹਿਲਾ ਕਿ ਜਦੋਂ ਤੁਸੀਂ ਗ੍ਰੀਸ ਆਉਂਦੇ ਹੋ ਤੁਹਾਨੂੰ ਕਿੱਦਾਂ ਦੀਆਂ ਜੌਬਸ ਅਵੇਲੇਬਲ ਹੁੰਦੀਆਂ ਨੇ, ਠੀਕ ਹੈ। ਸੋ ਜਦੋਂ ਤੁਸੀਂ ਗ੍ਰੀਸ ਦੇ ਵਿੱਚ ਆਉਂਦੇ ਹੋ ਇਲੀਗਲ ਜਾਂ ਲੀਗਲ ਵੇ ਨਾਲ, ਸੋ ਅਗਰ ਇਲੀਗਲ ਆਉਂਦੇ ਹੋ ਤਾਂ ਤੁਹਾਡੇ ਕੋਲ ਕੋਈ ਵੀ ਓਪਰਚੁਨਿਟੀਜ਼ ਨਹੀਂ ਹੁੰਦੀਆਂ ਜੌਬਸ ਲਈ। ਸੋ ਇਹ ਨਾ ਸੋਚਿਆ ਜੇ ਕਿ ਜਦੋਂ ਤੁਸੀਂ ਗ੍ਰੀਸ ਐਂਟਰ ਕਰ ਗਏ ਨਾਲ ਦੀ ਨਾਲ ਤੁਹਾਨੂੰ ਜੌਬਸ ਮਿਲ ਜੇਗੀ, ਜਾਂ ਤੁਸੀਂ ਪੇਪਰਾਂ ਤੇ ਆ ਰਹੇ ਹੋ ਤਾਂ ਵੀ ਤੁਹਾਨੂੰ ਨਾਲ ਦੀ ਨਾਲ ਜੌਬ ਮਿਲ ਜੇਗੀ। ਇਹ ਦਿਮਾਗ 'ਚ ਕੱਢ ਦਿਓ, ਠੀਕ ਹੈ। ਇਹ ਨਹੀਂ ਹੋਣਾ, ਕਿਉਂਕਿ ਤੁਹਾਡੇ ਪੇਪਰ ਡਾਕੂਮੈਂਟੇਸ਼ਨਸ ਬਣਨ ਤੇ ਥੋੜਾ ਟਾਈਮ ਲੱਗ ਜਾਂਦਾ, ਨੀਅਰ ਅਬਾਊਟ 2 ਤੋਂ 3 ਮਹੀਨੇ ਲੱਗ ਜਾਂਦੇ ਆ, ਰਾਈਟ। ਸੋ ਅਗਰ ਗੱਲ ਕਰਦੇ ਹਾਂ ਆਪਾਂ ਇਲੀਗਲ, ਜੇ ਤੁਸੀਂ ਆਉਂਦੇ ਹੋ ਬਿਨਾਂ ਪੇਪਰਾਂ ਤੋਂ ਹੁੰਦੇ ਹੋ ਤੁਸੀਂ, ਤਾਂ ਤੁਹਾਡੇ ਕੋਲ ਕੋਈ ਆਪਸ਼ਨਸ ਨਹੀਂ ਹੈਗੀ ਜਿਨ੍ਹਾਂ 'ਚ ਤੁਹਾਡੇ ਪੇਪਰ ਨਹੀਂ ਬਣਦੇ। ਬਟ ਦੂਸਰੀ ਸਾਈਡ, ਜੇ ਤੁਸੀਂ ਖੇਤੀਬਾੜੀ ਦਾ ਕੰਮ ਕਰ ਸਕਦੇ ਹੋ, ਮੀਨ ਐਗਰੀਕਲਚਰ ਦਾ ਕੰਮ ਕਰ ਸਕਦੇ ਹੋ, ਤਾਂ ਪਿੰਡਾਂ ਦੇ ਵਿੱਚ ਰਹਿ ਸਕਦੇ ਹੋ, ਤਾਂ ਤੁਸੀਂ ਖੇਤਾਂ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਹੋ। ਮੰਥਲੀ ਜਿਹੜੀ ਸੈਲਰੀ ਹੈਗੀ ਹੈ 750 ਤੋਂ ਲੈ ਕੇ 800 ਯੂਰੋ ਤੱਕ ਤੁਸੀਂ ਅਰਨ ਕਰ ਸਕਦੇ ਹੋ। ਕਈ ਵਾਰੀ ਤੁਹਾਨੂੰ 600, 500, 650 ਇਸ ਚੀਜ਼ ਦਾ ਫਾਇਦਾ ਕਿਉਂ ਚੱਕਿਆ ਜਾਂਦਾ ਹੈ? ਕਿਉਂਕਿ ਤੁਹਾਡੇ ਕੋਲ ਪੇਪਰ ਨਹੀਂ ਹੈਗੇ, ਇਲੀਗਲ ਆਉਂਦੇ ਹੋ ਤੁਸੀਂ, ਰਾਈਟ। ਜੇ ਤੁਹਾਡੇ ਕੋਲ ਪੇਪਰ ਹੈਗੇ ਨੇ, ਮੰਨ ਕੇ ਚਲੋ ਤੁਸੀਂ ਟਾਈਪ ਡੀ ਵੀਜ਼ਾ, ਜਿਹੜਾ ਤੁਹਾਡਾ ਰੈਜ਼ੀਡੈਂਟ ਪਰਮਿਟ ਹੁੰਦਾ, ਵੀਜ਼ੇ ਤੇ ਆਉਂਦੇ ਹੋ ਤੁਸੀਂ, ਪੇਪਰਾਂ ਤੇ ਆਉਂਦੇ ਹੋ, ਦੈਨ ਤੁਹਾਡੀ ਸੈਲਰੀ ਸੇਮ ਰਹੇਗੀ ਇਵਨ ਤੁਸੀਂ ਇਲੀਗਲ ਹੋ ਜਾਂ ਲੀਗਲ ਹੋ, ਠੀਕ ਹੈ। ਕੋਈ ਡਿਫਰੈਂਸ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਗ੍ਰੀਸ ਦੇ ਵਿੱਚ, ਰਾਈਟ। ਸੋ ਪੇਪਰਾਂ ਤੇ ਆਉਂਦੇ ਹੋ ਤਾਂ ਵੀ ਤੁਹਾਡੀ ਸੈਲਰੀ ਜਿਹੜੀ ਹੈ ਮੰਥਲੀ, ਜਿਹੜੀ ਬੇਸਿਕ ਸੈਲਰੀ ਹੈ ਇੱਥੇ ਗ੍ਰੀਸ ਦੇ ਵਿੱਚ, ਸੋ ਇਹ ਹਮੇਸ਼ਾ ਦਿਮਾਗ ਦੇ ਵਿੱਚ ਰੱਖੇ, 700 ਤੋਂ ਲੈ ਕੇ 800 ਯੂਰੋ ਤੱਕ। ਕਿਸੇ ਨੂੰ 700 ਮਿਲਦਾ ਹੈ, ਕਿਸੇ ਨੂੰ 750 ਮਿਲਦਾ ਹੈ, ਕਿਸੇ ਨੂੰ 800 ਮਿਲ ਜਾਂਦਾ ਹੈ। ਬਹੁਤ ਹੀ ਜ਼ਿਆਦਾ ਚੰਗੀ ਕਿਸਮਤ ਹੈਗੀ ਹੈ ਤਾਂ 850 ਵੀ ਮਿਲ ਸਕਦਾ ਹੈ। ਸੋ ਇਸ ਤੋਂ ਜ਼ਿਆਦਾ ਉੱਥੇ ਤਨਖਾਹਾਂ ਨਹੀਂ ਹੈਗੀਆਂ, ਰਾਈਟ। ਐਕਸਪੀਰੀਅੰਸ ਦੇ ਹਿਸਾਬ ਨਾਲ ਥੋੜਾ ਜਿਹਾ, ਜਿਵੇਂ ਸਾਲ 2 ਸਾਲ 3 ਸਾਲ ਤੁਹਾਨੂੰ ਲੈ ਕੇ ਤੇ 1000 ਯੂਰੋ ਤੋਂ ਜ਼ਿਆਦਾ ਅਰਨ ਨਹੀਂ ਕਰ ਸਕਦੇ। ਭਾਵੇਂ 20 ਸਾਲ ਵੀ ਲਗਾ ਦਿਓ, 1000 ਯੂਰੋ ਤੋਂ ਉੱਤੇ ਨਹੀਂ ਕੰਮ ਜਿਹੜੇ ਅਰਨਿੰਗ ਕਰ ਸਕਦੇ। ਤੇ ਉਸ ਤੋਂ ਬਾਅਦ ਹੁਣ ਕੰਮ ਕਿੱਦਾਂ ਦੇ ਅਵੇਲੇਬਲ ਨੇ, ਜਿਨ੍ਹਾਂ ਕੋਲ ਪੇਪਰ ਨਹੀਂ ਹੈਗੇ ਉਹ ਤਾਂ ਮੈਂ ਤੁਹਾਨੂੰ ਦੱਸਦਾ ਕਿ ਐਗਰੀਕਲਚਰ ਦੇ ਕੰਮਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ, ਖੇਤੀਬਾੜੀ ਦੇ ਵਿੱਚ ਕੰਮ 'ਚ ਜਾ ਸਕਦੇ ਹੋ। ਪਰ ਜਿਨ੍ਹਾਂ ਕੋਲ ਪੇਪਰ ਹੈਗੇ ਨੇ ਉਹਨਾਂ ਨੂੰ ਇੱਥੇ ਆ ਕੇ ਤੁਹਾਡੇ 3 ਤਰ੍ਹਾਂ ਦੇ ਪੇਪਰ ਬਣਦੇ। ਤੁਹਾਡਾ ਜਿਵੇਂ ਇੰਸ਼ੋਰੈਂਸ ਬਣੇਗਾ, ਠੀਕ ਹੈ, ਮੈਡੀਕਲ ਇੰਸ਼ੋਰੈਂਸ ਹੁੰਦੇ ਆ, ਤੁਹਾਡੇ ਟੈਕਸ ਪੇਪਰ ਬਣਦੇ ਆ। ਸੋ ਇਹ 2-3 ਤਰ੍ਹਾਂ ਦੇ ਪੇਪਰ ਜਿਹੜੇ ਹੈਗੇ ਆ ਤੁਹਾਨੂੰ 1 ਮਹੀਨੇ ਦੇ ਵਿੱਚ ਕੰਪਲੀਟ ਕਰਨੇ ਪੈਂਦੇ ਆ ਆਪਣਾ ਰੈਜ਼ੀਡੈਂਟ ਪਰਮਿਟ ਅਪਲਾਈ ਕਰਨ ਲਈ, ਠੀਕ ਹੈ, ਤੇ ਜੌਬ ਲੈਣ ਲਈ। ਜਦੋਂ ਤੁਹਾਡੇ ਕੋਲ ਈਕਾ, ਐਮਕਾ, ਅਫੀਮੀ, ਠੀਕ ਹੈ, ਇਹ ਮਤਲਬ ਕਿ ਤੁਹਾਡੇ ਮੈਡੀਕਲ ਇੰਸ਼ੋਰੈਂਸ ਹੋ ਗਿਆ, ਤੁਹਾਡਾ ਟੈਕਸ ਪੇਪਰ ਹੋ ਗਏ, ਠੀਕ ਹੈ, ਤੇ ਇੱਕ ਹੋਰ ਜਿਵੇਂ ਆਪਾਂ ਅਫੀਮੀ ਲਗਾ ਲੀਜੀਏ, ਠੀਕ ਹੈ। ਹੁਣ ਮੈਨੂੰ ਉਸ ਚੀਜ਼ ਨੂੰ ਪਤਾ ਨਹੀਂ ਹੁਣ ਕੀ ਕਹਿੰਦੇ ਆ ਹਿੰਦੀ ਪੰਜਾਬੀ 'ਚ। ਸੋ ਇਹ 3 ਤਰ੍ਹਾਂ ਜਦੋਂ ਤੁਹਾਡੇ ਡਾਕੂਮੈਂਟੇਸ਼ਨ ਜਿਹੜੀਆਂ ਕੰਪਲੀਟ ਹੋ ਜਾਣਗੇ, ਦੈਨ ਤੁਸੀਂ ਰੈਸਟੋਰੈਂਟ ਦੇ ਵਿੱਚ ਕੰਮ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸੈਲਰੀ 700, 750, 800, ਕਈ ਜਗ੍ਹਾ ਤੇ 650 ਵੀ ਮਿਲਦੀ ਹੈ, ਰਾਈਟ। ਉਸ ਤੋਂ ਬਾਅਦ ਲਾਈਕ ਤੁਸੀਂ ਫੈਕਟਰੀ ਦੇ ਵਿੱਚ ਕੰਮ ਕਰ ਸਕਦੇ ਹੋ। ਫੈਕਟਰੀਆਂ ਦੇ ਵਿੱਚ ਵੀ ਤੁਹਾਡੇ ਕੋਲ 750 ਤੋਂ 800 ਯੂਰੋ ਤੱਕ ਹੀ ਤੁਹਾਡੀ ਜਿਹੜੀ ਹੈ ਸੈਲਰੀ ਮਿਲਦੀ ਹੈ। ਮੰਡੇ ਟੂ ਸੈਟਰਡੇ ਤੁਹਾਨੂੰ ਕੰਮ ਕਰਨਾ ਪੈਂਦਾ ਹੈ 8 ਤੋਂ 10 ਘੰਟੇ। 8 ਘੰਟੇ ਤਾਂ ਬਹੁਤ ਘੱਟ ਹੁੰਦੇ, 10 ਘੰਟੇ ਆਲਮੋਸਟ ਤੁਹਾਨੂੰ ਕੰਮ ਕਰਨਾ ਹੀ ਪੈਂਦਾ ਹੈ, ਠੀਕ ਹੈ। 10 ਘੰਟੇ ਤੋਂ ਇੱਥੇ ਘੱਟ ਸ਼ਿਫਟ ਨਹੀਂ ਹੈਗੀ। ਬੜੇ ਚੰਗੇ ਕੰਮ ਹੋਣਗੇ ਜਿੱਥੇ ਸਿਰਫ 8 ਘੰਟੇ ਤੁਹਾਨੂੰ ਡਿਊਟੀ ਕਰਨੀ ਪੈਂਦੀ ਹੈ, ਰੈਸਟੋਰੈਂਟ। ਐਂਡ ਉਸ ਤੋਂ ਬਾਅਦ ਤੁਹਾਡੀਆਂ ਫੈਕਟਰੀਆਂ ਦੇ ਵਿੱਚ ਕੰਮ ਕਰ ਸਕਦੇ ਹੋ, ਤੁਸੀਂ ਐਗਰੀਕਲਚਰ ਦਾ ਕੰਮ ਕਰ ਸਕਦੇ ਹੋ, ਜਾਂ ਅਗਰ ਤੁਹਾਡੇ ਕੋਲ ਤੁਸੀਂ ਆਈਟੀ ਲਾਈਕ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਇੱਕ ਚੰਗੀ ਜੌਬ ਅਪਲਾਈ ਕਰ ਸਕਦੇ ਹੋ। ਬਟ ਉਹਦੇ ਵਿੱਚ ਵੀ ਤੁਹਾਨੂੰ ਬੜੀਆਂ ਪ੍ਰੋਬਲਮ ਜਿਹੜੀਆਂ ਫੇਸ ਕਰਨੀਆਂ ਪੈਣਗੀਆਂ, ਕਿਉਂਕਿ ਲੈਂਗੁਏਜ ਬੈਰੀਅਰ ਬਹੁਤ ਵੱਡੀ ਪ੍ਰੋਬਲਮ ਹੈ, ਠੀਕ ਹੈ। ਇੱਥੇ ਇੰਗਲਿਸ਼ ਨਹੀਂ ਬੋਲਦੇ। ਜੇ ਇਹਨਾਂ ਨੂੰ ਇੰਗਲਿਸ਼ ਆਉਂਦੀ ਹੈ ਤਾਂ ਵੀ ਤੁਹਾਡੇ ਨਾਲ ਇਹ ਨਹੀਂ ਬੋਲਣਗੇ, ਠੀਕ ਹੈ। ਇਹਨਾਂ ਨੂੰ ਕਹਿਣਾ ਕਿ ਸਾਡੀ ਕੰਟਰੀ 'ਚ ਹੈਗੇ ਤਾਂ ਤੁਸੀਂ ਅੰਗਰੇਜ਼ੀ 'ਚ ਹੀ ਗੱਲ ਕਰੋ। ਸੋ ਇੱਥੇ ਤੁਹਾਡੀ ਗੱਲ ਹੋਗੀ, ਇਹ ਤੁਹਾਡੀ ਜੌਬਸ ਕਿੱਦਾਂ ਦੀਆਂ ਅਵੇਲੇਬਲ ਨੇ। ਆਹੀ 3-4 ਤਰ੍ਹਾਂ ਦੀਆਂ ਜਿਹੜੀਆਂ ਜੌਬਸ ਅਵੇਲੇਬਲ ਨੇ। ਕਿੰਨਾ ਅਰਨ ਕਰ ਸਕਦੇ ਹੋ ਤੁਹਾਨੂੰ ਦੱਸਦਾ, 700 ਤੋਂ ਲੈ ਕੇ 800 ਯੂਰੋ ਤੱਕ ਇਹੀ ਸੈਲਰੀ ਹੈ। ਬੇਸਿਕ ਸੈਲਰੀ ਜਿਹੜੀ 650 ਤੋਂ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। 650 ਤੋਂ ਲੈ ਕੇ 800 ਦੇ ਵਿੱਚ ਤੁਸੀਂ ਅਰਨ ਕਰੋਗੇ ਪਰ ਮੰਥ। ਇਹ ਕੁਐਸਚਨ ਕਲੀਅਰ ਹੋ ਗਿਆ। ਹੁਣ ਆਪਾਂ ਚੱਲਦੇ ਹਾਂ ਥਰਡ ਕੁਐਸਚਨ ਤੇ। ਥਰਡ ਕੁਐਸਚਨ ਦੇ ਵਿੱਚ ਕਿਹਾ ਸੀ ਕਿ ਤੁਹਾਨੂੰ ਤੁਹਾਡੇ ਰਹਿਣ ਦਾ ਕਿੰਨਾ ਖਰਚਾ ਆਉਂਦਾ ਹੈ। ਜੇ ਤੁਸੀਂ ਆ ਰਹੇ ਹੋ ਸਿੰਗਲ,
ਸਿੰਗਲ ਦੇ ਵਿੱਚ ਤੁਸੀਂ ਅਗਰ ਤੁਸੀਂ ਲਾਈਕ ਮੁੰਡੇ ਇਕੱਠੇ ਰਹਿ ਲੈਂਦੇ ਹੋ, ਠੀਕ ਹੈ, ਫਿਰ ਤਾਂ ਤੁਸੀਂ 70 ਯੂਰੋ ਪਰ ਮੰਥ ਦੇ ਹਿਸਾਬ ਨਾਲ ਵੀ ਰਹਿ ਸਕਦੇ ਹੋ, 80 ਯੂਰੋ, 100 ਯੂਰੋ, ਠੀਕ ਹੈ। ਸੋ ਇੰਨਾ ਕੁ 100 ਯੂਰੋ ਤੱਕ ਤੁਹਾਡੀ ਲਿਮਿਟ ਹੈਗੀ ਹੈ ਤੁਹਾਡੇ ਰਹਿਣ ਦਾ ਖਰਚਾ ਜਿਹੜਾ ਆ ਜਾਂਦਾ ਹੈ। ਹਾਂ, ਥੋੜਾ ਜਿਹਾ ਜੇਕਰ ਤੁਸੀਂ ਇਲੈਕਟ੍ਰਿਸਿਟੀ ਆਪਾਂ ਲਗਾ ਲਈਏ, ਤੁਹਾਡੇ ਇੰਟਰਨੈਟ ਦਾ ਬਿੱਲ ਲਗਾ ਲਈਏ, ਜਿਹੜੇ ਘਰ ਦੇ ਵਿੱਚ ਵਾਈਫਾਈ ਲੱਗਦੇ ਆ, ਸੋ ਇਹ ਨੀਅਰ ਅਬਾਊਟ 100 ਯੂਰੋ ਤੋਂ ਲੈ ਕੇ 125 ਯੂਰੋ ਤੱਕ ਤੁਹਾਡੇ ਜਿਹੜੇ ਐਕਸਪੈਂਸਿਸ ਹੈਗੇ ਪਰ ਮੰਥ ਇਹ ਆਣਗੇ ਵਿਦਆਊਟ ਫੂਡ। ਸੋ ਹੁਣ ਆਪਾਂ ਗੱਲ ਕਰਦੇ ਹਾਂ ਫੂਡ ਦੀ। ਫੂਡ ਜਿਹੜਾ ਤੁਹਾਡਾ ਹੈਗਾ, ਤੁਸੀਂ ਅਗਰ ਮਤਲਬ ਘਰ ਹੀ ਕੁਕਿੰਗ ਕਰਨਾ ਜਾਣਦੇ ਹੋ, ਘਰ ਦਾ ਹੀ ਖਾਣਾ ਚਾਹੁੰਦੇ ਹੋ, ਠੀਕ ਹੈ, ਹੋਮਮੇਡ ਤੁਸੀਂ ਫੂਡ ਰੈਡੀ ਕਰਕੇ ਖਾ ਸਕਦੇ ਹੋ, ਰਾਈਟ, ਦੈਨ 50 ਯੂਰੋ ਬਹੁਤ ਹੀ ਵਧੀਆ ਇਨਫ ਅਮਾਊਂਟ ਹੈਗੀ ਹੈ। ਤੁਸੀਂ 50 ਯੂਰੋ ਦੇ ਵਿੱਚ ਪਰ ਮੰਥ ਘਰ ਰਹਿ ਕੇ ਆਪਣਾ ਸਾਰਾ ਫੂਡ ਪ੍ਰਿਪੇਅਰ ਕਰ ਸਕਦੇ ਹੋ, ਐਂਡ 50 ਯੂਰੋ ਤੁਹਾਡੇ ਲਈ ਸਾਰਾ ਰਾਸ਼ਨ ਪਾਣੀ ਜਿਹੜਾ ਹੈਗਾ ਤੁਹਾਡਾ ਪਰ ਮੰਥ ਦੇ ਅਕੋਰਡਿੰਗ ਮਿਲ ਜਾਂਦਾ, ਰਾਈਟ। ਹਾਂ, ਜੇ ਤੁਸੀਂ ਬਾਹਰ ਦਾ ਖਾਣਾ ਚਾਹੁੰਦੇ ਹੋ ਉਹ ਐਕਸਟਰਾ ਤੁਸੀਂ ਐਡ ਕਰ ਸਕਦੇ ਹੋ। ਦੇਖੋ, ਬਾਹਰ ਦਾ ਵੀ ਖਾਣਾ ਬਹੁਤ ਜ਼ਰੂਰੀ ਹੈਗਾ। ਫਾਸਟ ਫੂਡ, ਆਪਾਂ ਜੰਕ ਫੂਡ ਦਾ ਪੰਜਾਬੀ ਵੈਸੇ ਹੀ ਹਿੱਲੇ ਹੋਏ ਆ, ਠੀਕ ਹੈ, ਸੈਟਰਡੇ ਸੰਡੇ ਨੂੰ ਲਾਈਕ ਆਪਣਾ ਮੂਡ ਕਰਦਾ ਕੁਝ ਖਾ ਲਈਏ ਬਾਹਰੋਂ, ਸੋ ਉਹ ਚੀਜ਼ਾਂ ਤੁਸੀਂ ਆਪਣੀ ਐਕਸਟਰਾ ਐਡ ਕਰ ਸਕਦੇ ਹੋ, ਰਾਈਟ, ਠੀਕ ਹੈ। ਤੁਸੀਂ 50 ਯੂਰੋ ਹੋਰ ਲਗਾ ਲਓ, ਜੇ ਤੁਸੀਂ ਲਾਈਕ ਢਿੱਡ ਬੰਨ ਕੇ ਵੀ ਆਪਦਾ ਨੋਰਮਲ ਖਾਂਦੇ ਪੀਂਦੇ ਹੋ ਤਾਂ 100 ਯੂਰੋ ਤੁਸੀਂ ਉਹ ਲਗਾ ਲਓ, ਠੀਕ ਹੈ। 125 ਯੂਰੋ ਤੁਹਾਡੇ ਘਰ ਦੇ ਹੋ ਗਏ ਤੇ 100 ਯੂਰੋ ਤੁਸੀਂ ਨੋਰਮਲੀ ਮੰਨ ਕੇ ਚੱਲੋ ਤੁਹਾਡੇ ਆ ਜਾਣਗੇ ਖਾਣ ਪੀਣ ਦੇ ਵੀ, ਠੀਕ ਹੈ। ਸੋ ਤੁਹਾਡੇ 250 ਯੂਰੋ ਤੁਹਾਡਾ ਇਹ ਹੋ ਗਿਆ। ਟਰੈਵਲ ਟਰੂਵਲ ਪਾ ਕੇ ਸਭ ਕੁਝ ਤੁਹਾਡਾ 250 ਯੂਰੋ ਪਰ ਮੰਥ ਤੁਹਾਡੇ ਐਕਸਪੈਂਸਿਸ ਹੈਗੇ ਨੇ ਇੱਥੇ, ਰਾਈਟ। ਸੋ ਇਹ ਨਾ ਸੋਚਿਆ ਜੇ ਕਿ ਤੁਸੀਂ ਲਾਈਕ ਬਹੁਤ ਹੀ ਜ਼ਿਆਦਾ ਘੁੱਟ ਕੇ ਰਹਿ ਕੇ ਵੀ ਤੁਸੀਂ 200 ਤੋਂ ਘੱਟ ਖਰਚਾ ਤੁਹਾਡਾ ਨਹੀਂ ਆਣਾ। 250 ਯੂਰੋ ਦੇ ਵਿੱਚ ਤੁਹਾਡਾ ਖਰਚਾ ਇੱਥੇ ਪਰ ਮੰਥ ਹੈਗਾ ਹੀ ਹੈਗਾ, ਰਾਈਟ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਹੁਣ ਲਾਈਕ ਕਿੰਨੇ ਕੁ ਬਚਦੇ ਨੇ, ਕਿੰਨੀ ਕੁ ਸੇਵਿੰਗ ਹੋ ਜਾਂਦੀ ਹੈ। ਮੰਨ ਲਓ ਅਗਰ ਤੁਸੀਂ 750 ਦੀ ਜੌਬ ਲੱਗੇ ਹੋ, ਠੀਕ ਹੈ, ਟੈਕਸ ਜਿਹੜਾ ਤੁਹਾਡਾ ਉਹ ਇੰਪਲੋਇਰ ਪੇ ਕਰੂਗਾ ਤੁਸੀਂ, ਠੀਕ ਹੈ ਜੀ। ਸੋ ਟੈਕਸ ਦੀ ਟੈਂਸ਼ਨ ਛੱਡ ਦਿਓ, 750 ਯੂਰੋ ਤੁਸੀਂ ਲੈ ਰਹੇ ਹੋ ਤਾਂ 250 ਯੂਰੋ ਤੋਂ ਲੈ ਕੇ 300 ਯੂਰੋ ਤੁਸੀਂ ਪਰ ਮੰਥ ਤੁਹਾਡੇ ਐਕਸਪੈਂਸਿਸ ਹੋ ਗਏ। ਸੋ 500 ਯੂਰੋ ਜਿਹੜੇ ਤੁਹਾਡੀ ਸੇਵਿੰਗ ਹੈ ਉਹ ਤੁਸੀਂ ਘਰ ਸੈਂਡ ਕਰੋ, ਤੁਸੀਂ ਖਰਚੋ, ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹ 500 ਯੂਰੋ ਨੂੰ ਕੀ ਕਰਨਾ ਹੈ। ਸੋ 500 ਯੂਰੋ ਨੂੰ ਅਗਰ ਆਪਾਂ ਇੰਡੀਅਨ ਰੁਪੀਜ਼ 'ਚ ਕਨਵਰਟ ਕਰਦੇ ਹਾਂ ਤਾਂ ਇੰਡੀਅਨ ਰੁਪੀਜ਼ ਆਪਣਾ ਗੱਲ ਕਰੀਏ ਤਾਂ 86 87 ਦੇ ਅਪ ਐਂਡ ਡਾਊਨ ਜਿਹੜਾ ਚੱਲਦਾ ਰਹਿੰਦਾ ਹੈ। ਸੋ ਅਗਰ ਆਪਾਂ ਗੱਲ ਕਰਦੇ ਹਾਂ 500 ਯੂਰੋ 845 ਨੀਅਰ ਅਬਾਊਟ ਤੁਸੀਂ 45-46 ਹਜ਼ਾਰ ਰੁਪਏ ਜਿਹੜਾ ਹੈਗਾ ਤੁਹਾਡੀ ਸੇਵਿੰਗ ਹੈ, ਠੀਕ ਹੈ। ਤੁਸੀਂ ਇੰਨਾ ਸੇਵ ਕਰ ਸਕਦੇ ਹੋ ਅਗਰ ਤੁਹਾਨੂੰ ਜੌਬ ਮਿਲ ਜਾਂਦੀ ਹੈ ਤਾਂ, ਰਾਈਟ। ਇਹ ਤੁਸੀਂ ਆਪਣੀ ਪਾਕਟ 'ਚ ਰੱਖਣਾ ਹੈ, ਘਰੇ ਸੈਂਡ ਕਰਨਾ ਹੈ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ, ਠੀਕ ਹੈ। ਸੋ ਇੰਨੀਆਂ ਕੁ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਕਿ ਤੁਸੀਂ ਆਉਂਦੇ ਹੋ, ਤੁਹਾਨੂੰ ਕਿੰਨੀ ਕੁ ਸੈਲਰੀ ਹੈਗੀ ਹੈ। 750-800 ਯੂਰੋ ਤੱਕ ਬੇਸਿਕ ਸੈਲਰੀ ਮਿਲੇਗੀ। ਉਸ ਤੋਂ ਬਾਅਦ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ ਸਾਰਾ ਪਾ ਪੂ ਕੇ ਤੁਹਾਡੇ ਕੋਲ ਜਿਹੜਾ 250 ਯੂਰੋ ਤੱਕ ਤੁਹਾਡਾ ਖਰਚਾ ਉਹ ਆ ਜਾਂਦਾ ਹੈ। ਐਂਡ ਤੁਸੀਂ ਲਾਈਕ ਕਿੰਨੇ ਕੁ ਸੇਵ ਕਰ ਸਕਦੇ ਹੋ, 400 ਤੋਂ ਲੈ ਕੇ 500 ਯੂਰੋ ਤੱਕ ਤੁਸੀਂ ਆਪਣੀ ਸੇਵਿੰਗ ਕਰ ਸਕਦੇ ਹੋ। ਮਤਲਬ ਕਿ 35 ਤੋਂ ਲੈ ਕੇ 45,000 ਯੂਰੋ, 45,000 ਇੰਡੀਅਨ ਰੁਪਏ ਸੌਰੀ, ਆਪਣੇ ਘਰ ਸੈਂਡ ਕਰ ਸਕਦੇ ਹੋ, ਜਾਂ ਤੁਸੀਂ ਇੱਥੇ ਉਹਨਾਂ ਨਾਲ ਇੰਜੋਏ ਕਰ ਸਕਦੇ ਹੋ। ਉਹ ਤੁਹਾਡੇ ਤੇ ਡਿਪੈਂਡ ਹੈ, ਤੁਹਾਡੀ ਲਾਈਫ ਹੈ, ਰਾਈਟ। ਸੋ ਆਈ ਹੋਪ ਇਹ ਚੀਜ਼ਾਂ ਤੁਹਾਡੇ ਲਈ ਕਲੀਅਰ ਹੋ ਗਈਆਂ ਹੋਣੀਆਂ। ਇਨ ਕੇਸ ਅਗਰ ਕੋਈ ਤੁਹਾਡਾ ਟੌਪਿਕ ਰਹਿ ਗਿਆ ਹੋਵੇ, ਤੁਸੀਂ ਅਲੱਗ ਕੋਈ ਕੁਐਸਚਨ ਹੋਵੇ ਤੁਹਾਡੇ ਮਾਈਂਡ ਦੇ ਵਿੱਚ, ਤਾਂ ਪਲੀਜ਼ ਵੀਡੀਓ ਥੱਲੇ ਕਮੈਂਟ ਕਰ ਦਿਆ ਜੀ। ਉਸ ਟੌਪਿਕ ਦੇ ਉੱਤੇ ਮੈਂ ਪ੍ਰੋਪਰ ਵੀਡੀਓ ਬਣਾ ਕੇ ਤੁਹਾਡੇ ਨਾਲ ਬਿਲਕੁਲ ਸ਼ੇਅਰ ਕਰਾਂਗਾ। ਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਸ਼ੇਅਰ ਕਰ ਦਿਆ ਜੀ। ਐਂਡ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।